ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਅਵਸਰ ਦਿੱਤਾ ਕਿ ਅਸੀਂ ਅੱਜ ਫਿਰ ਤੁਹਾਡੇ ਨਾਲ ਰੂਬਰੂ ਹੋ ਕੇ ਪਰਮੇਸ਼ਰ ਦੇ ਵਿਸ਼ੇ ਨੂੰ ਕੰਪਲੀਟ ਕਰ ਸਕੀਏ। ਆਓ ਅਸੀਂ ਜੋ ਵਿਸ਼ਾ ਲਿੱਤਾ ਸੀ ਕਿ ਪਰਮੇਸ਼ਰ ਦੇ ਬਾਰੇ ਜਾਣ ਰਹੇ ਹਾਂ ਅਤੇ ਉਹਨਾਂ ਦੇ ਵਿੱਚ ਅਲੱਗ-ਅਲੱਗ ਅਸੀਂ ਪਾਰਟ ਵੇਖ ਰਹੇ ਹਾਂ। ਸੋ ਆਓ ਅਸੀਂ ਅੱਜ ਉਸ ਨੂੰ ਅੱਗੇ ਵਧਾਉਂਦੇ ਹਾਂ। ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਪਵਿੱਤਰ ਪਰਮੇਸ਼ਰ। ਪ੍ਰਿਓ, ਅੱਜ ਅਸੀਂ ਪਹੁੰਚੇ ਹਾਂ, ਜਿਹੜਾ ਪਰਮੇਸ਼ਰ ਹੈ ਉਹ ਪਵਿੱਤਰ ਵੀ ਹੈ। ਸੋ ਆਓ ਇਸ ਨੂੰ ਦੇਖਦੇ ਹਾਂ ਕਿ ਪਵਿੱਤਰ ਬਾਈਬਲ ਸਾਨੂੰ ਇਸ ਦੇ ਬਾਰੇ ਕੀ ਆਖਦੀ ਹੈ। ਪਵਿੱਤਰ ਬਾਈਬਲ ਸਾਨੂੰ ਪਰਮੇਸ਼ਰ ਨੂੰ ਹਰ ਪਾਸਿਓਂ ਪਵਿੱਤਰ ਆਖਦੀ ਹੈ। ਇਸ ਵਿੱਚ ਪਰਮੇਸ਼ਰ ਖੁਦ ਆਖਦਾ ਹੈ ਕਿ ਮੈਂ ਪਵਿੱਤਰ ਹਾਂ। ਪ੍ਰਿਓ, ਬਾਈਬਲ ਸਾਨੂੰ ਪਰਮੇਸ਼ਰ ਦੇ ਬਾਰੇ ਦੱਸਦੀ ਹੈ ਕਿ ਪਰਮੇਸ਼ਰ ਬਾਈਬਲ ਵਿੱਚ ਖੁਦ ਆਪ ਆਖਦਾ ਹੈ ਕਿ ਮੈਂ ਪਵਿੱਤਰ ਪਰਮੇਸ਼ਰ ਹਾਂ। ਸੋ ਆਓ ਇਸ ਦੀ ਅਸੀਂ ਵਚਨ ਦੇ ਵਿੱਚੋਂ ਪੜਾਂਗੇ। ਲੇਵੀਆਂ ਦੀ ਕਿਤਾਬ 11 ਅਧਿਆਇ ਉਹਦੀ 44 ਤੇ 45 ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੈ, ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ, ਸੋ ਤੁਸਾਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਤੁਸਾਂ ਪਵਿੱਤਰ ਬਣਨਾ। ਮੈਂ ਜੋ ਪਵਿੱਤਰ ਹਾਂ, ਨਾ ਤੁਸਾਂ ਆਪਣੇ ਆਪ ਨੂੰ ਕਿਸੇ ਪ੍ਰਕਾਰ ਦੇ ਘਿਸਣ ਵਾਲਿਆਂ ਤੋਂ ਜੋ ਧਰਤੀ ਤੇ ਘਿਸਰਦਾ ਹਨ ਭ੍ਰਿਸ਼ਟ ਕਰਨਾ। ਮੈਂ ਤਾਂ ਤੁਹਾਡਾ ਪਰਮੇਸ਼ਰ ਬਣਨ ਲਈ ਉਹ ਯਹੋਵਾ ਹਾਂ ਜੋ ਤੁਹਾਨੂੰ ਮਿਸਰ ਦੇਸ਼ ਲਿਆਂਦਾ ਹਾਂ। ਸੋ ਤੁਸੀਂ ਪਵਿੱਤਰ ਹੋਵੋ, ਮੈਂ ਜੋ ਪਵਿੱਤਰ ਹਾਂ। ਸੋ ਪ੍ਰਿਓ, ਬਾਈਬਲ ਦੇ ਵਿੱਚ ਪਰਮੇਸ਼ਰ ਦੀ ਇਹ ਪਹਿਲੀ ਉਹ ਵਿਆਖਿਆ ਹੈ ਜਿੱਥੇ ਪਰਮੇਸ਼ਰ ਨੇ ਆਪਣੇ ਆਪ ਨੂੰ ਪਵਿੱਤਰ ਕਹਿ ਕੇ ਸ਼ੁਰੂ ਕੀਤਾ ਹੈ। ਪਹਿਲੀ ਮੱਤ ਯਾਨੀ ਮੈਂ ਤੁਹਾਨੂੰ ਜਿੱਥੇ ਮੇਰਾ ਪੁਆਇੰਟ ਮੈਂ ਬਣਾਇਆ ਜਿਹੜਾ ਪੁਆਇੰਟ, ਇਸ ਵਿੱਚ ਜਦੋਂ ਪਰਮੇਸ਼ਰ ਇਜ਼ਰਾਈਲੀਆਂ ਨੂੰ ਖਾਣ ਪੀਣ ਦੇ ਸ਼ੁੱਧ ਅਤੇ ਅਸ਼ੁੱਧ ਦੇ ਬਾਰੇ ਦੱਸਦਾ ਸੀ, ਪਵਿੱਤਰ ਅਤੇ ਅਪਵਿੱਤਰ ਭੋਜਨ ਦੇ ਬਾਰੇ ਦੱਸ ਰਿਹਾ ਸੀ, ਤਦ ਵੀ ਪਰਮੇਸ਼ਰ, ਤੁਸੀਂ ਦੇਖੋ ਪਰਮੇਸ਼ਰ ਦੀ ਪਵਿੱਤਰਤਾ ਹੀ ਉਹ ਭੋਜਨ ਨੂੰ ਵੀ ਲੈ ਕੇ ਇੰਨਾ ਗੰਭੀਰ ਹੈ ਕਿ ਉਹ ਦੱਸਦਾ ਹੈ ਕਿ ਕਿਹੜਾ ਭੋਜਨ ਖਾਣ ਯੋਗ ਹੈ ਤੇ ਕਿਹੜਾ ਨਹੀਂ ਹੈ। ਜਦੋਂ ਉਹ ਇਹਦੀ ਵਿਵਸਥਾ ਇਜ਼ਰਾਈਲੀਆਂ ਨੂੰ, ਆਪਣੇ ਲੋਕਾਂ ਨੂੰ ਦੇ ਰਿਹਾ, ਤਦ ਉਹ ਆਖਦਾ ਵਾ ਮੈਂ ਪਵਿੱਤਰ ਹਾਂ, ਇਸ ਲਈ ਤੁਸੀਂ ਆਪਣੇ ਆਪ ਨੂੰ ਭ੍ਰਿਸ਼ਟ ਜਾਂ ਅਪਵਿੱਤਰ ਨਾ ਕਰੋ। ਸੋ ਦੂਸਰੀ ਅਸੀਂ ਪੜ੍ਹਦੇ ਹਾਂ ਲੇਵ ਵਿਵਸਥਾ ਦੀ ਕਿਤਾਬ, ਇਹੀ ਕਿਤਾਬ ਦੇ ਵਿੱਚ 19 ਅਧਿਆਇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਪਰਮੇਸ਼ਰ ਇਜ਼ਰਾਈਲੀਆਂ ਨੂੰ ਕੀ ਆਖਦਾ ਹੈ। 19 ਅਧਿਆਇ ਉਹਦੀ 2 ਆਇਤ ਵਿੱਚ ਅਸੀਂ ਵੇਖਦੇ ਹਾਂ, ਤਾਂ ਯਹੋਵਾ ਮੂਸਾ ਨਾਲ ਬੋਲਿਆ ਕਿ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਇਉਂ ਬੋਲ, ਤੁਸੀਂ ਪਵਿੱਤਰ ਹੋਵੋ, ਕਿਉਂ ਜੋ ਮੈਂ ਯਹੋਵਾ ਤੁਹਾਡਾ ਪਵਿੱਤਰ ਪਰਮੇਸ਼ਰ ਪਵਿੱਤਰ ਹਾਂ। ਸੋ ਇੱਥੇ ਵੀ ਪਰਮੇਸ਼ਰ ਆਪਣੇ ਆਪ ਨੂੰ ਮੂਸਾ ਤੇ ਬਿਆਨ ਕਰਕੇ ਦੱਸ ਰਿਹਾ ਕਿ ਤੂੰ ਇਜ਼ਰਾਈਲੀਆਂ ਨੂੰ ਕੀ ਬੋਲਣਾ ਵਾ, ਕਿ ਉਹਨਾਂ ਨੂੰ ਬੋਲ ਕਿ ਤੁਸੀਂ ਪਵਿੱਤਰ ਹੋਵੋ। ਪਹਿਲੀ ਗੱਲ, ਜੇ ਪਰਮੇਸ਼ਰ ਪਵਿੱਤਰ ਹੈ ਤੇ ਉਹ ਕਲੇਮ ਕਰਦਾ ਹੈ, ਇਸ ਗੱਲ ਦੀ ਘੋਸ਼ਣਾ ਕਰਦਾ ਹੈ ਕਿ ਤੁਸੀਂ ਵੀ ਪਵਿੱਤਰ ਬਣੋ, ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਪਵਿੱਤਰ ਹਾਂ। ਸੋ ਜਿਹੜਾ ਪਰਮੇਸ਼ਰ ਯਹੋਵਾ ਜਿਸ ਨੇ ਧਰਤੀ ਆਕਾਸ਼ ਬਣਾਇਆ, ਜਿਸ ਦੇ ਬਾਰੇ ਅਸੀਂ ਸਿੱਖ ਰਹੇ ਹਾਂ, ਇਸ ਦੀ ਅਸੀਂ 13ਵੇਂ ਪਾਠ ਉੱਤੇ ਪਹੁੰਚ ਚੁੱਕੇ ਹਾਂ, ਤੇ ਇਹਦੇ ਵਿੱਚ ਵੀ ਪਰਮੇਸ਼ਰ ਆਖਦਾ ਹੈ ਕਿ ਮੈਂ ਪਵਿੱਤਰ ਪਰਮੇਸ਼ਰ ਹਾਂ। ਸੋ ਅੱਗੇ ਅਸੀਂ ਜ਼ਬੂਰਾਂ ਦੇ ਵਿੱਚ ਵੀ ਵੇਖਾਂਗੇ, ਇਹ ਸੀ ਮੂਸਾ ਨੇ ਉਹਦੀ ਬਿਆਨ ਕੀਤਾ ਅਤੇ ਮੂਸਾ ਪਰਮੇਸ਼ਰ ਦੇ ਬਾਰੇ ਆਖਦਾ ਹੈ ਕਿ ਪਰਮੇਸ਼ਰ ਜਿਹੜਾ ਪਵਿੱਤਰ ਹੈ। ਦਾਊਦ ਜ਼ਬੂਰਾਂ ਵਿੱਚ ਪਰਮੇਸ਼ਰ ਨੂੰ ਕੀ ਆਖਦਾ ਹੈ, ਜਦ ਜ਼ਬੂਰ ਉਹਦਾ 99 ਅਧਿਆਏ 89 ਉਹਦੀ 35 ਆਇਤ ਨੂੰ ਦੇਖਦੇ ਹਾਂ, ਹਾਲੇਲੂਇਆ। ਸੋ ਇੱਥੇ ਇੱਕ ਇਸ ਪ੍ਰਕਾਰ ਲਿਖਿਆ ਹੈ, ਇੱਕ ਵਾਰ ਮੈਂ ਆਪਣੀ ਪਵਿੱਤਰਤਾ ਦੀ ਸਹੁੰ ਖਾ ਚੁੱਕਾ, ਮੈਂ ਫਿਰ ਦਾਊਦ ਨਾਲ ਝੂਠ ਨਾ ਬੋਲਾਂਗਾ। ਸੋ ਪ੍ਰਿਯੋ, ਪਰਮੇਸ਼ਰ ਕੀ ਕਹਿ ਰਿਹਾ ਵਾ, ਜਦ ਪਰਮੇਸ਼ਰ ਦਾਊਦ ਦੇ ਨਾਲ ਨੇਮ ਬੰਦਾ ਹੈ, ਬਾਚਾ ਬੰਦਾ ਪਿਆ ਹੈ, ਵਚਨ ਕਰ ਰਿਹਾ ਹੈ ਕਿ ਤੇਰੀ ਰਾਜਗੱਦੀ, ਤੇਰੇ ਬੱਚਿਆਂ ਦੀ ਰਾਜਗੱਦੀ ਸਦਾ ਤੱਕ ਬਣੀ ਰਹੇਗੀ, ਯਾਨੀ ਉਹ ਯਿਸੂ ਮਸੀਹ ਦੇ ਵੱਲ ਇਸ਼ਾਰਾ ਕਰ ਰਿਹਾ ਹੈ। ਤਦ ਪਰਮੇਸ਼ਰ ਕਹਿੰਦਾ ਹੈ, ਮੈਂ ਇੱਕ ਵਾਰ ਆਪਣੀ ਪਵਿੱਤਰਤਾ ਵਿੱਚ ਸਹੁੰ ਖਾ ਚੁੱਕਾ ਹਾਂ, ਮੈਂ ਦਾਊਦ ਤੇਰੇ ਨਾਲ ਹੁਣ ਝੂਠ ਨਹੀਂ ਬੋਲਾਂਗਾ। ਸੋ ਪਰਮੇਸ਼ਰ ਪਵਿੱਤਰ ਹੈ, ਇਸ ਲਈ ਉਹ ਆਪਣੀ ਪਵਿੱਤਰਤਾ ਦੀ ਸਹੁੰ ਖਾ ਕੇ ਦਾਊਦ ਦੇ ਨਾਲ ਬਾਚਾ ਬਣ ਰਿਹਾ ਹੈ। ਪ੍ਰਿਯੋ, ਇਹ ਵਚਨ ਸਾਨੂੰ ਸਾਫ਼ ਦੱਸਦੇ ਪਏ ਨੇ ਕਿ ਜਿਹੜਾ ਪਰਮੇਸ਼ਰ ਹੈ ਉਹ ਪਵਿੱਤਰ ਪਰਮੇਸ਼ਰ ਹੈ। ਸੋ ਜਿਹੜਾ ਪਵਿੱਤਰ ਜਿਹੜਾ ਸ਼ਬਦ ਹੈ ਇਹ ਸਾਰੇ ਪਾਸਿਓਂ ਆ, ਸਾਡੇ ਚਾਲ ਚੱਲਣ ਦੇ ਨਾਲ ਜਿਹੜਾ ਪਵਿੱਤਰ ਸ਼ਬਦ ਹੁੰਦਾ ਹੈ ਜੁੜਦਾ ਹੈ। ਪਰਮੇਸ਼ਰ ਹਰ ਪਾਸਿਓਂ ਪਵਿੱਤਰ ਹੈ। ਆਓ ਕੁਝ ਉਦਾਹਰਨਾਂ ਅਸੀਂ ਦੇਖਦੇ ਹਾਂ। ਯਸ਼ਾਇਆ ਨਬੀ ਦੀ ਕਿਤਾਬ ਜਦੋਂ ਅਸੀਂ ਉਹਦਾ 6 ਅਧਿਆਇ ਕਰਦੇ ਹਾਂ, ਉਹਦੀ ਜਦੋਂ 3 ਵਰਸ ਨੂੰ ਅਸੀਂ ਪੜ੍ਹਦੇ ਹਾਂ, ਉਸ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਇੱਕ ਨੇ ਦੂਜੇ ਨੂੰ ਪੁਕਾਰਿਆ, ਇੱਥੇ ਲਿਖਿਆ ਹੈ ਇੱਕ ਨੇ ਦੂਜੇ ਨੂੰ ਪੁਕਾਰਿਆ ਅਤੇ ਆਖਿਆ ਪਵਿੱਤਰ 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 ਸੈਨਾ ਦਾ ਯਹੋਵਾ, ਸੈਨਾ ਦਾ ਯਹੋਵਾ, ਸਾਰੀ ਧਰਤੀ ਉਹਦੇ ਪ੍ਰਤਾਪ ਨਾਲ ਭਰੀ ਹੋਈ ਹੈ। ਬੋਲੋ ਹਾਲੇਲੂਇਆ। ਸੋ ਇੱਥੇ ਬਾਈਬਲ ਸਾਨੂੰ ਦੱਸਦੀ ਹੈ, ਯਸ਼ਾਇਆ ਨਬੀ ਵੀ ਆਪਣੇ ਦਰਸ਼ਨ ਦੇ ਵਿੱਚ ਜਦੋਂ ਪਰਮੇਸ਼ਰ ਨੂੰ ਵੇਖਦਾ ਹੈ
ਸਵਰਗ ਦੇ ਵਿੱਚ ਬੈਠਿਆ ਹੋਇਆ ਉੱਚੇ ਸਿੰਘਾਸਨ ਤੇ ਮਹਿਮਾਮਈ ਸਿੰਘਾਸਨ ਤੇ ਤੋਂ ਵੇਖਦਾ ਹੈ ਸਰਾਫੀਮਾਂ ਨੂੰ, ਸਵਰਗਦੂਤਾਂ ਨੂੰ, ਜਿਨ੍ਹਾਂ ਦੇ 6-6 ਖੰਭ ਨੇ। ਉਹਨਾਂ ਦਾ ਕੰਮ ਹੈ ਸਵਰਗ ਦੇ ਵਿੱਚ ਪਰਮੇਸ਼ਰ ਦੇ ਸਨਮੁਖ ਖੜ ਕੇ ਇੱਕ ਦੂਜੇ ਨੂੰ ਪੁਕਾਰ ਕੇ ਕਹਿਣਾ ਕਿ ਪਵਿੱਤਰ ਪਵਿੱਤਰ ਹੈ ਸੈਨਾ ਦਾ ਯਹੋਵਾ ਪਰਮੇਸ਼ਰ ਪਵਿੱਤਰ ਹੈ। ਪਰ ਇਹ ਬਾਈਬਲ ਪੂਰੀ ਤਰ੍ਹਾਂ ਸਪਸ਼ਟ ਕਰਦੀ ਹੈ ਕਿ ਪਰਮੇਸ਼ਰ ਪਵਿੱਤਰ ਹੈ। ਆਓ ਅਗਲੀ ਐਸੀ ਵਾਰਤਾ ਦੇਖਾਂਗੇ। ਪਹਿਲਾ ਪਤਰਸ ਉਹਦਾ 1 ਅਧਿਆਇ ਉਹਦੀ 15 ਆਇਤ। ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਹਾਂਜੀ, ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਸੋ ਪੌਲਸ ਰਸੂਲ ਜਿਹੜਾ ਯਿਸੂ ਮਸੀਹ ਦੇ ਨਾਲ ਰਿਹਾ, ਜਿਹਨੇ ਵਿਅਕਤੀਗਤ ਯਿਸੂ ਮਸੀਹ ਨੂੰ ਵੇਖਿਆ, ਉਹਦੇ ਨਾਲ ਖਾਦਾ ਪੀਤਾ, ਉਹਦੇ ਵੱਡੇ ਕੰਮਾਂ ਨੂੰ ਵੇਖਿਆ, ਉਹਦੀ ਮਹਿਮਾਮਈ ਉਹਦੀ ਮਹਿਮਾ ਨੂੰ ਉਹਦੇ ਅੰਦਰੋਂ ਵੇਖਿਆ, ਤੇ ਉਹ ਆਪ ਰਸੂਲ ਪਰਮੇਸ਼ਰ ਦਾ ਪ੍ਰੇਰਿਤ ਦੱਸਦਾ ਹੈ। ਦੁਬਾਰਾ ਪੜਾਂਗੇ, ਪ੍ਰੇਰਿਤ ਕੀ ਦੱਸਦਾ ਹੈ ਜੀ। ਪਹਿਲਾ ਪਤਰਸ 1:15, ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਪਵਿੱਤਰ ਬਣੋ। ਸੋ ਪੌਲਸ ਰਸੂਲ ਦਾ ਵੀ ਬਿਆਨ ਹੈ ਕਿ ਤੁਸੀਂ ਕੀ ਕਰੋ, ਜਿੱਦਾਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਯਾਨੀ ਸੱਦਣ ਵਾਲਾ ਜਿਹਨੇ ਤੁਹਾਨੂੰ ਬੁਲਾਇਆ ਹੈ, ਯਾਨੀ ਪਰਮੇਸ਼ਰ ਨੇ, ਉਹ ਪਵਿੱਤਰ ਹੈ ਤੇ ਤੁਸੀਂ ਵੀ ਪਵਿੱਤਰ ਬਣੋ। ਅੱਗੇ ਪਹਿਲਾ ਥਸਲੁਨੀਕੀਆਂ ਦਾ ਖੱਤ ਉਹਦਾ 4 ਅਧਿਆਇ ਉਹਦੀ 3 ਆਇਤ ਵਿੱਚ ਸੰਤ ਪੌਲਸ ਕੀ ਆਖਦਾ ਹੈ? ਪਰਮੇਸ਼ਰ ਦੀ ਇੱਛਾ ਤੁਹਾਡੀ ਪਵਿੱਤਰਤਾ ਹੀ ਦੀ ਹੈ। ਪੌਲਸ ਵੀ ਪਰਮੇਸ਼ਰ ਦਾ ਜਿਹੜਾ ਜਨ ਹੈ, ਪਰਮੇਸ਼ਰ ਨੇ ਜਿਹਨੂੰ ਚੁਣਿਆ ਹੈ, ਉਹ ਆਖਦਾ ਹੈ ਪਰਮੇਸ਼ਰ ਦੀ ਇੱਛਾ ਤੁਹਾਡੀ ਪਵਿੱਤਰਤਾ ਹੀ ਦੀ ਹੈ। ਯਾਨੀ ਇਨਸਾਨੋਂ ਤੁਹਾਡੀ ਦੇ ਵਿੱਚ ਜਿਹੜੀ ਪਰਮੇਸ਼ਰ ਦੀ ਇੱਛਾ ਹੈ, ਪਵਿੱਤਰਤਾ ਹੀ ਦੀ ਹੈ। ਭਾਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ। ਇੱਥੇ ਲਿਖਿਆ ਹੈ ਤੁਸੀਂ ਹਰ ਪ੍ਰਕਾਰ ਦੀ ਹਰਾਮਕਾਰੀ ਤੋਂ, ਦੁਸ਼ਟ ਕੰਮਾਂ ਤੋਂ, ਬੁਰਾਈ ਦੇ ਕੰਮਾਂ ਤੋਂ, ਹਨੇਰੇ ਦੇ ਕੰਮਾਂ ਤੋਂ ਬਚੇ ਰਹੋ। ਸੋ ਪਰਮੇਸ਼ਰ ਦੀ ਇੱਛਾ ਹੈ ਪ੍ਰਿਯੋ। ਆਓ ਅੱਗੇ ਅਸੀਂ ਹੁਣ ਯਿਸੂ ਮਸੀਹ ਉਧਾਰ ਕਰਤਾ ਯਿਸੂ ਮਸੀਹ ਦਾ ਬਿਆਨ ਵੀ ਸੁਣਾਂਗੇ। ਮਤੀ 5 ਉਹਦੀ 8 ਆਇਤ ਵਿੱਚ, ਧੰਨ ਉਹ ਜਿਹੜੇ ਸ਼ੁੱਧ ਮਨ ਹਨ। ਇੱਥੇ ਲਿਖਿਆ ਧੰਨ ਉਹ ਜਿਹੜੇ ਸ਼ੁੱਧ ਮਨ ਹਨ, ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ। ਇੱਥੇ ਲਿਖਿਆ ਯਿਸੂ ਮਸੀਹ ਨੇ ਬਿਆਨ ਕੀਤਾ ਹੈ ਕਿ ਪਵਿੱਤਰਤਾਈ ਦਾ ਐਡਾ ਵੱਡਾ ਮਕਸਦ ਹੈ, ਐਡਾ ਵੱਡਾ ਸੰਬੰਧ ਹੈ ਪਰਮੇਸ਼ਰ ਦੇ ਨਾਲ ਕਿ ਯਿਸੂ ਮਸੀਹ ਆਖਦਾ ਧੰਨ ਉਹ ਜਿਹੜੇ ਸ਼ੁੱਧ ਮਨ ਨੇ, ਪਵਿੱਤਰ ਮਨ ਨੇ, ਉਹ ਪਰਮੇਸ਼ਰ ਨੂੰ ਵੇਖਣਗੇ। ਪ੍ਰਿਯ ਤੁਸੀਂ ਔਰ ਮੈਂ ਇੱਕ ਰੋਜ਼ ਪਰਮੇਸ਼ਰ ਨੂੰ ਦੇਖਣਾ, ਔਰ ਤੁਹਾਡੇ ਔਰ ਮੇਰੀ ਕਾਫੀ ਲੋਕਾਂ ਦੀ ਖੁਆਇਸ਼ ਹੁੰਦੀ ਹੈ ਕਿ ਅਸੀਂ ਪਰਮੇਸ਼ਰ ਨੂੰ ਦੇਖੀਏ। ਬਿਨਾਂ ਪਵਿੱਤਰਤਾਈ ਤੋਂ ਅਸੀਂ ਪਰਮੇਸ਼ਰ ਨੂੰ ਵੇਖ ਨਹੀਂ ਸਕਦੇ। ਇਸ ਦੀ ਜਿਹੜੀ ਪੁਸ਼ਟੀ ਆ ਯਿਸੂ ਮਸੀਹ ਨੇ ਖੁਦ ਕੀਤੀ ਹੈ। ਹੁਣ ਅਸੀਂ ਦੇਖਾਂਗੇ ਇਬਰਾਨੀਆਂ ਦਾ ਖੱਤ 12 ਅਧਿਆਇ ਉਹਦੀ 14 ਆਇਤ ਵਿੱਚ ਸੰਤ ਪੌਲ ਫਿਰ ਇੱਕ ਪੁਸ਼ਟੀ ਕਰਦਾ ਹੈ, ਇੱਕ ਬਿਆਨ ਦਿੰਦਾ ਹੈ, ਸਭਨਾਂ ਨਾਲ ਮੇਲ ਰੱਖਣ ਦਾ ਪਿੱਛਾ ਕਰੋ। ਇੱਥੇ ਲਿਖਦਾ ਹੈ, ਪੌਲਸ ਆਖਦਾ ਹੈ, ਪਰਮੇਸ਼ਰ ਦਾ ਵਚਨ ਕਹਿੰਦਾ ਸਾਰਿਆਂ ਨਾਲ ਮੇਲ ਰੱਖਣ ਦਾ ਕੀ ਕਰਨਾ, ਪਿੱਛਾ ਕਰਨਾ, ਯਾਨੀ ਮੇਲ ਮਿਲਾਪ ਦੇ ਖੋਜੀ ਹੋਣਾ ਤੁਸੀਂ, ਅਤੇ ਪਵਿੱਤਰਤਾਈ ਦਾ, ਹਾਂਜੀ, ਜਿਹਦੇ ਬਿਨਾ ਕੋਈ ਪ੍ਰਭੂ ਨੂੰ ਨਾ ਵੇਖੇਗਾ। ਮੇਲ ਮਿਲਾਪ ਅਤੇ ਪਵਿੱਤਰਤਾਈ ਨੂੰ ਪਹਿਨਣਾ ਨਾਮ ਆ, ਜਿਹਦੇ ਬਿਨਾ ਅਸੀਂ ਪਰਮੇਸ਼ਰ ਨੂੰ ਵੇਖ ਨਹੀਂ ਸਕਦੇ। ਪ੍ਰਿਯੋ ਬਾਈਬਲ ਸਾਨੂੰ ਪਰਮੇਸ਼ਰ ਨੂੰ ਪਵਿੱਤਰ ਆਖਦੀ ਹੈ ਤੇ ਉਸ ਨੂੰ ਦੱਸ ਰਹੀ ਹੈ ਕਿ ਤੁਹਾਨੂੰ ਔਰ ਮੈਨੂੰ ਵੀ ਪਵਿੱਤਰਤਾ ਨੂੰ ਪਹਿਨਣਾ ਜ਼ਰੂਰੀ ਹੈ। ਪ੍ਰਿਯੋ ਜਦ ਯਸ਼ਾਇਆ ਨੇ ਪਰਮੇਸ਼ਰ ਨੂੰ ਦੇਖਿਆ ਤਾਂ ਉੱਥੇ ਇੱਕ ਬੜੀ ਖਾਸ ਵਾਰਤਾ ਹੋਈ ਸੀ। ਜਦ ਉਹਨੂੰ ਦੇਖਿਆ ਤਾਂ ਉਹਨੇ ਬਿਆਨ ਕੀਤਾ ਕਿ ਮੈਂ ਤਾਂ ਭ੍ਰਿਸ਼ਟ ਬੁੱਲਾਂ ਵਿੱਚ ਵਸਣ ਵਾਲਾ ਤੇ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਵਿਅਕਤੀ ਹਾਂ। ਮੈਂ ਪਰਮੇਸ਼ਰ ਨੂੰ ਅਧਿਰਾਜ ਨੂੰ ਦੇਖ ਲਿਆ ਹੈ। ਤਦ ਹੀ ਉਹ ਸਵਰਦੂਤ ਜਿਹੜੇ ਇੱਕ ਦੂਜੇ ਨੂੰ ਪੁਕਾਰ ਕੇ ਪਰਮੇਸ਼ਰ ਦੀ ਪਵਿੱਤਰਤਾ ਦੀ ਸਨਾ ਕਰ ਰਹੇ ਸੀ, ਉਹਨਾਂ ਵਿੱਚ ਇੱਕ ਨੇ ਭਖਦਾ ਹੋਇਆ ਕੋਲਾ ਲਿੱਤਾ ਤੇ ਉਹਦੇ ਮੂੰਹ ਦੇ ਵਿੱਚ ਰੱਖ ਦਿੱਤਾ ਅਤੇ ਆਖਿਆ ਮੈਂ ਤੇਰੀ ਸਾਰੀ ਬੁਰਾਈ ਦੂਰ ਕਰ ਦਿੱਤੀ ਹੈ। ਸੋ ਅਸੀਂ ਪੜਾਂਗੇ, ਹਾਂਜੀ, ਪਵਿੱਤਰ 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 ਜੀ ਸੈਨਾ ਦਾ ਯਹੋਵਾ, ਹਾਂਜੀ, ਸਾਰੀ ਧਰਤੀ ਉਹਦੇ ਪ੍ਰਤਾਪ ਨਾਲ ਭਰੀ ਹੋਈ ਹੈ। ਠੀਕ ਹੈ, ਬਸ ਇੱਥੇ ਅਸੀਂ ਦੇਖਦੇ ਹਾਂ ਥੱਲੇ ਆਇਤ ਆ ਜਾਏਗੀ 5 ਆਇਤ। ਤਦ ਮੈਂ ਆਖਿਆ ਹਾਏ ਮੇਰੇ ਉੱਤੇ, ਮੈਂ ਤਾਂ ਬਸ ਹੋ ਗਿਆ। ਵਚਨ ਨੂੰ ਫੜਨਾ ਸਿੱਖਣਾ ਸੀ। ਇੱਥੇ ਲਿਖਿਆ ਹਾਏ ਮੇਰੇ ਉੱਤੇ, ਕਿਉਂਕਿ ਮੈਂ ਕੀ ਹੋ ਗਿਆ, ਬਸ, ਯਾਨੀ ਮੈਂ ਨਸ਼ਟ ਹੋ ਚੱਲਾ ਵਾਂ। ਕਿਉਂ ਨਸ਼ਟ ਹੋ ਚੱਲਾ ਵਾਂ? ਮੈਂ ਜੋ ਭ੍ਰਿਸ਼ਟ ਬੁੱਲਾਂ ਵਾਲਾ ਹਾਂ। ਇੱਥੇ ਲਿਖਿਆ ਮੈਂ ਬੁਰਾਈ ਕਰਨ ਵਾਲਾ ਤੇ ਬੁਰੇ ਬੋਲਣ ਵਾਲਾ, ਭ੍ਰਿਸ਼ਟ ਬੁੱਲਾਂ ਵਾਲਾ ਵਿਅਕਤੀ ਹਾਂ ਅਤੇ ਭ੍ਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵਸਦਾ ਹਾਂ। ਅਤੇ ਪਾਪ ਵਾਲੇ ਲੋਕ ਜਿਹੜੇ ਪਾਪ ਦੇ ਵਿੱਚ ਚੱਲਦੇ ਉਹਨਾਂ ਵਿੱਚ ਵਸਦਾ ਹਾਂ। ਕਿਉਂ ਜੋ ਮੇਰੀਆਂ ਅੱਖਾਂ ਨੇ, ਇੱਥੇ ਲਿਖਿਆ ਯਸ਼ਾਇਆ ਨਬੀ ਕਹਿੰਦਾ ਮੇਰੀਆਂ ਅੱਖਾਂ ਨੇ ਸੈਨਾ ਦੇ ਯਹੋਵਾ, ਸੈਨਾ ਦੇ ਯਹੋਵਾ ਪਰਮੇਸ਼ਰ ਨੂੰ, ਅਧਿਰਾਜ ਨੂੰ ਡਿਠਾ ਹੈ। ਅਧਿਰਾਜ ਨੂੰ ਦੇਖ ਲਿਆ, ਜਿਹਦਾ ਰਾਜ ਜੁਗਾਨਾ ਤੱਕ ਬਣਿਆ ਰਹਿੰਦਾ, ਕਦੀ ਖਤਮ ਨਹੀਂ ਹੁੰਦਾ। ਉਸ ਸ਼ਖਸ ਨੂੰ, ਯਾਨੀ ਉਸ ਸ਼ਖਸੀਅਤ ਨੂੰ, ਉਸ ਪਰਮੇਸ਼ਰ ਨੂੰ ਯਸ਼ਾਇਆ ਨਬੀ ਨੇ ਵੇਖ ਲਿਆ ਅਤੇ ਆਪਣੇ ਪਾਪਾਂ ਨੂੰ ਸਮਰਨ ਕੀਤਾ। ਇਹ ਹੈ ਪਰਮੇਸ਼ਰ ਦੀ ਪਵਿੱਤਰਤਾ। ਆਓ ਇਸ ਇੱਕ ਨਜ਼ਰ ਮੈਂ ਤੁਹਾਨੂੰ ਹੁਣ ਕੁਝ ਦੱਸਣਾ ਚਾਹੁੰਦਾ ਹਾਂ। ਪ੍ਰਿਯ ਧਿਆਨ ਰੱਖਣਾ, ਨੋਟ ਕਰਨਾ ਇਸ ਗੱਲ ਨੂੰ। ਪਵਿੱਤਰ ਬਾਈਬਲ ਪਰਮੇਸ਼ਰ ਦੀ ਪਵਿੱਤਰਤਾ ਉੱਤੇ ਸਾਡਾ ਧਿਆਨ ਇਸ ਲਈ ਲਿਆ ਕੇ ਆਂਦੀ ਹੈ ਕਿਉਂਕਿ ਅਸੀਂ ਸਾਰਿਆਂ ਨੇ
ਸਾਰਿਆਂ ਨੇ ਇੱਕ ਦਿਨ ਇਸ ਧਰਤੀ ਨੂੰ ਛੱਡ ਕੇ ਪਰਮੇਸ਼ਰ ਦੇ ਕੋਲ ਜਾਣਾ ਹੈ, ਪਰੰਤੂ ਅਸੀਂ ਆਪਣੇ ਬੁਰੇ ਸੁਭਾਅ ਅਤੇ ਆਪਣੇ ਪਾਪਾਂ ਨਾਲ ਉਸ ਦੇ ਕੋਲ ਨਹੀਂ ਜਾ ਸਕਦੇ। ਨਾ ਹੀ ਅਸੀਂ ਭਲੇ ਕੰਮਾਂ ਦੁਆਰਾ ਅਤੇ ਨਾ ਹੀ ਧਾਰਮਿਕ ਰੀਤੀ ਰਿਵਾਜਾਂ ਨਾਲ ਪਰਮੇਸ਼ਰ ਦੇ ਕੋਲ ਵਾਪਸ ਜਾ ਸਕਦੇ ਹਾਂ। ਫਿਰ ਇੱਕ ਵਾਰ ਫਿਰ ਪੜ੍ਹਦਾ ਹਾਂ। ਪਵਿੱਤਰ ਬਾਈਬਲ ਪਰਮੇਸ਼ਰ ਦੀ ਪਵਿੱਤਰਤਾਈ ਉੱਤੇ ਸਾਡਾ ਧਿਆਨ ਇਸ ਲਈ ਲਗਾਉਂਦੀ ਹੈ ਕਿਉਂਕਿ ਅਸੀਂ ਸਾਰਿਆਂ ਨੇ ਇੱਕ ਦਿਨ ਇਸ ਧਰਤੀ ਨੂੰ ਛੱਡ ਕੇ ਪਰਮੇਸ਼ਰ ਕੋਲ ਜਾਣਾ ਹੈ, ਪਰੰਤੂ ਅਸੀਂ ਆਪਣੇ ਬੁਰੇ ਸੁਭਾਅ ਅਤੇ ਆਪਣੇ ਪਾਪਾਂ ਨਾਲ ਪਰਮੇਸ਼ਰ ਦੇ ਕੋਲ ਜਾ ਨਹੀਂ ਸਕਦੇ। ਨਾ ਹੀ ਅਸੀਂ ਭਲੇ ਕੰਮਾਂ ਦੁਆਰਾ ਅਤੇ ਨਾ ਹੀ ਧਾਰਮਿਕ ਰੀਤੀ ਰਿਵਾਜਾਂ ਨਾਲ ਪਰਮੇਸ਼ਰ ਦੇ ਕੋਲ ਵਾਪਸ ਜਾ ਸਕਦੇ ਹਾਂ। प्रियो तुसी और मैं संसार में एक बार छड़ के जाना, सब ने जाना है और सारे का कहना है परमेश्वर को वापस जाना है, स्वर्गवासी हो जाने असीं। सो प्रियो ध्यान दिओ, हुण लाल अखरां विच लिखिआ ध्यान दिओ। लै विवास्ता ओदा 20 अध्याय ओदी 7 ते 8 आयत नूं पढ़दे हां। सो तुसी अपने आप नूं पवित्र करो। इस आयतां दे विच 6 स्टैप आ, यानी 6 पॉइंट आ, 6 कदम आ, उन्हां नूं ध्यान रखो। यानी जदों असीं इस आयत नूं विभाजित करके पढ़दे हां ते सानूं समझ लगदा कि परमेश्वर कहना की चाहुंदा। नंबर 1, अपने आप को पवित्र करो, यानी परमेश्वर कॉल दे रहा इंसान को कि अपने आप को की करो, पवित्र करो। अगे अते पवित्र रहो। अते लिखदा है स्क्रीन ते असीं पढ़ांगे, लिखदा है पवित्र रहो। नंबर 3, मैं यहोवा तुहाडा परमेश्वर हां। क्यों? क्योंकि मैं यहोवा तुहाडा परमेश्वर हां। परमेश्वर होने दे नाते वो आख रहा इंसान तू पवित्र, अपने आप को पवित्र करो अते पवित्र रहो। अगे मेरियां विधियां दा ध्यान रखना अते उन्हें तुहानू पवित्र रहन लई, पवित्र बने रहन लई अपनी विधियां ते कानून यानी पवित्र शास्त्र पवित्र बाइबल दी है। अगे उन्हां नूं पूरा करना। नंबर 5 वो कहता वा इन्हां नूं पूरा करना वा। मैं ओ यहोवा हां जो तुहानू पवित्र करदा हां। इत्थे लिखिआ मैं ओ यहोवा परमेश्वर हां जो तुहानू पवित्र करदा हां। सो प्रियो मैं समझदा हां कि तुसीं इन्हां आयतां दे द्वारा परमेश्वर नूं समझ लिया है। परमेश्वर पवित्र है ਅਤੇ ਉਹਦਾ ਹੀ ਕੰਮ ਹੈ ਦੂਜੇ ਨੂੰ ਪਵਿੱਤਰ ਕਰਨਾ। ਨੋਟ ਦਿਓ, ਜਦੋਂ ਅਸੀਂ ਇਸ ਆਇਤ ਦਾ ਨਿਚੋੜ ਕਰਦੇ ਹਾਂ ਜਿਹੜੀ ਮੈਂ ਹੁਣ ਆਪਾਂ ਪੜ੍ਹੀ ਹੈ ਤੇ ਉਹਦਾ ਇਹ ਅਰਥ ਬਣਦਾ ਹੈ, ਇਸ ਵਿੱਚ ਸਾਫ਼-ਸਾਫ਼ ਪਰਮੇਸ਼ਰ ਆਖਦਾ ਹੈ ਕਿ ਮੈਂ ਪਵਿੱਤਰ ਕਰਦਾ ਹਾਂ। ਇਸ ਉਤੇ ਗੌਰ ਦੇਣਾ ਹੈ। बेशक कहता पवित्र अपने आप को करो, पवित्र रहो, मेरी विधियां ते ध्यान दो, मेरी विधियां नूं पूरा करो, मैं पवित्र करदा। जो कहना मैं पवित्र करदा ते इहदा मतलब सानू परमेश्वर दे कोल आउण दी जरूरत है कि असीं अपने आप को पवित्र कर लईए, क्योंकि ऐसी पवित्र होकर जाना भी परमेश्वर दे कोल आ ते पवित्र करना भी परमेश्वर ने है। अपने आप ऐसे पवित्र हो नहीं सकते। सो प्रियो परमेश्वर का वचन तुहानू सारिआं नूं आशीष करे। लास्ट वचन पढ़ के असीं समाप्त करांगे। पहला यूहन्ना दी पत्री उहदा 1 अध्याय उहदी 7 आयत नूं असीं पढ़ के खत्म करांगे। मैं तुहानूं संदेश देना चाहना हाँ, ये सुनेहा दिते बिना मैं नहीं रुक सकदा कि परमेश्वर ही है जिहड़ा पवित्र करदा है। पहला यूहन्ना दी पत्री उहदा 1 अध्याय उहदी 7 आयत। पर जे ਅਸੀਂ ਚਾਨਣ ਵਿੱਚ ਚੱਲੀਏ, ਇੱਥੇ ਲਿਖਿਆ ਜੇ ਅਸੀਂ ਚਾਨਣ ਦੇ ਵਿੱਚ ਚੱਲੀਏ, ਜਿਵੇਂ ਉਹ ਚਾਨਣ ਵਿੱਚ ਹੈ, ਜਿਵੇਂ ਪਰਮੇਸ਼ਰ ਚਾਨਣ ਦੇ ਵਿੱਚ ਹੈ, ਤਾਂ ਸਾਡੀ ਆਪੋ ਵਿੱਚ ਸੰਗਤ ਹੈ। ਤਾਂ ਫਿਰ ਆਪਣੇ ਵਿੱਚ ਸੰਗਤੀ, ਜਿੱਦਾਂ ਅਸੀਂ ਕਹਿੰਦੇ ਨਾ ਸਾਡੀ ਵੀ ਪਰਮੇਸ਼ਰ ਨਾਲ ਸੰਗਤੀ ਹੈ, ਸਾਡੇ ਅੰਦਰ ਪਰਮੇਸ਼ਰ ਵਸਦਾ। ਤੇ ਪ੍ਰਿਯੋ ਦੇਖੋ ਫਿਰ ਬਾਈਬਲ ਕਹਿੰਦੀ ਹੈ ਜੇ ਅਸੀਂ ਚਾਨਣ ਦੇ ਵਿੱਚ ਚੱਲਣਾ ਚਾਹੁੰਦੇ ਆ, ਠੀਕ ਹੈ, ਜਿਵੇਂ ਉਹ ਚਾਨਣ ਦੇ ਵਿੱਚ, ਯਾਨੀ ਰੱਬ ਚਾਨਣ ਦੇ ਵਿੱਚ ਆ, ਪੂਰੀ ਤਰ੍ਹਾਂ ਪਵਿੱਤਰ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਉਹਦੇ ਵਿੱਚ ਅਸੀਂ ਚੱਲਦੇ ਫਿਰਦੇ ਆ ਜਾਂ ਉਹ ਸਾਡੇ ਵਿੱਚ ਹੈਗਾ, ਤੇ ਫਿਰ ਪ੍ਰਿਯੋ ਅੱਗੇ ਕੀ ਕਰਨਾ ਵਾ? ਅਤੇ ਉਹਦੇ ਪੁੱਤਰ ਹਾਂ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ। ਠੀਕ ਹੈ, ਫਿਰ ਅਸੀਂ ਚਾਨਣ ਵਿੱਚ ਹੀ ਚੱਲਣਾ ਵਾ, ਫਿਰ ਬੁਰੇ ਕੰਮ ਨਹੀਂ ਕਰਨੇ ਹੈਗੇ ਜੇ ਅਸੀਂ ਪਰਮੇਸ਼ਰ ਸਾਡੇ ਅੰਦਰ ਰਹਿੰਦਾ ਹੈ। ਪਰੰਤੂ ਇਹ ਮਨੁੱਖਾਂ ਦੇ ਕੋਲ ਅਨਹੋਣਾ ਹੈ। ਸੋ ਹੁਣ ਇਸ ਲਈ ਪਰਮੇਸ਼ਰ ਨੇ ਆਪ ਉਪਾਅ ਕੀਤਾ, ਜਿੱਦਾਂ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ ਕਿ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਪਵਿੱਤਰ ਕਰਦਾ ਹਾਂ, ਯਾਨੀ ਪਰਮੇਸ਼ਰ ਪਵਿੱਤਰ ਕਰਨ ਦਾ ਕੰਮ ਪਰਮੇਸ਼ਰ ਦਾ ਹੈ। ਇਸ ਲਈ ਲਿਖਿਆ ਹੈ ਮੇਰੇ ਪੁੱਤਰ ਯਿਸੂ ਦਾ ਲਹੂ, ਉਹਦੇ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ। ਇੱਥੇ ਲਿਖਿਆ ਹੈ ਫਿਰ ਪਰਮੇਸ਼ਰ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਕੀ ਕਰਦਾ ਹੈ? ਸ਼ੁੱਧ ਕਰਦਾ ਹੈ। ਸੋ ਪ੍ਰਿਯੋ ਜੇ ਪਰਮੇਸ਼ਰ ਪਵਿੱਤਰ ਹੈ ਤੁਹਾਨੂੰ ਔਰ ਮੈਨੂੰ ਪਵਿੱਤਰ ਬਣਨ ਦੀ ਕਹਿੰਦਾ ਹੈ, ਤੇ ਉਹਦੀ ਵੱਡਾ ਜਿਹੜੀ ਉਹਦੀ ਬੁਲਾਹਟ ਅਤੇ ਜਿਹੜਾ ਉਹਦਾ ਨਿਯਮ ਆ, ਜਿਹੜੀ ਉਹਦਾ ਪੈਟਰਨ ਆ, ਤੇ ਉਹ ਇਹ ਹੈ ਕਿ ਪਰਮੇਸ਼ਰ ਹੀ ਤੁਹਾਨੂੰ ਪਵਿੱਤਰ ਕਰਦਾ ਹੈ ਔਰ ਉਸਨੇ ਠਹਿਰਾਇਆ ਹੈ ਕਿ ਉਹ ਯਿਸੂ ਮਸੀਹ ਦੇ ਦੁਆਰਾ ਕਰਦਾ ਹੈ। ਸੋ ਪਰਮੇਸ਼ਰ ਇਸ ਵਚਨ ਦੇ ਦੁਆਰਾ ਆਪ ਸਭ ਨੂੰ ਆਸ਼ੀਸ਼ ਕਰੇ। जय मसीह।